ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੇ ਤੇ ਨਾ ਸਮਾਣੀ। ਪੀਵਿਆ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰਾ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੂ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਪੰਜਵਾਂ। ਮਨ ਤਨ ਬਸ ਰਹੇ ਮੇਰੇ ਪ੍ਰਾਨ, ਕਰ ਕਿਰਪਾ ਸਾਧੂ ਸੰਗ ਭੇਟੇ, ਪੂਰਨ ਪੁਰਖ ਸੁਜਾਨ। ਮਨ ਤਨ ਬਸ ਰਹੇ ਮੇਰੇ ਪ੍ਰਾਨ, ਕਰ ਕਿਰਪਾ ਸਾਧੂ ਸੰਗ ਭੇਟੇ, ਪੂਰਨ ਪੁਰਖ ਸੁਜਾਨ। ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ, ਤਿਨ ਰਸ ਪੀਓ ਭਾਰੀ। ਤਾਂ ਕੀ ਕੀਮਤ ਕਹਿਣ ਨ ਜਾਈ, ਕੁਦਰਤ ਕਵਨ ਹਮਾਰੀ। ਲਾਏ ਲਏ ਲੜ ਦਾਸ ਚਨ ਆਪਣੇ, ਉਦਰੇ ਉਦਰ ਨਹਾਰੇ। ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸ਼ਰਨ ਦੁਆਰੇ। ਲਾਏ ਲਏ ਲੜ ਦਾਸ ਜਨ ਆਪਣੇ, ਉਦਰੇ ਉਦਰ ਨਹਾਰੇ। ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸ਼ਰਨ ਦੁਆਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਜੋ ਕਿ ਅੰਮ੍ਰਿਤ ਵੇਲੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਅੱਜ ਦੀ ਵਿਚਾਰ 702 ਅੰਕ 'ਤੇ ਹੈ। ਜੈ ਤਸਵੀਰੀ ਰਾਗ ਹੈ, ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਖਸ਼ਿਸ਼ ਕਰ ਰਹੇ ਨੇ। ਮਨ ਤਨ ਬਸ ਰਹੇ ਮੇਰੇ ਪ੍ਰਾਣ। ਹੁਣ ਐਸੀ ਕਿਰਪਾ ਹੋ ਗਈ ਹੈ ਕਿ ਪਰਮਾਤਮਾ ਪਰਮੇਸ਼ਰ ਦਾ ਨਾਮ ਜਿਹੜਾ ਆ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਪ੍ਰਾਣਾਂ ਦੇ ਵਿੱਚ ਉਹਦਾ ਨਾਮ ਵਸਦਾ ਪਿਆ। ਇੱਦਾਂ ਦੀ ਅਵਸਥਾ ਬਣ ਗਈ ਹੈ। ਨਾਲ ਹੀ ਕਹਿੰਦੇ ਨੇ ਕਰ ਕਿਰਪਾ, ਰਾਰੇ ਨੂੰ ਸਿਹਾਰੀ ਹੈ ਵੀ ਕਰੀ ਕਿਰਪਾ, ਉਹਨੇ ਕਿਰਪਾ ਕਰ ਦਿੱਤੀ ਹੈ। ਸਾਧੂ ਸੰਗ ਭੇਟੇ, ਪੂਰੇ ਗੁਰੂ ਦੇ ਨਾਲ ਮੇਰਾ ਮੇਲ ਕਰਾ ਦਿੱਤਾ। ਜਿਹੜਾ ਮਨ ਤਨ ਵਿੱਚ ਰੱਬ ਦੇ ਨਾਮ ਦਾ ਵਾਸਾ ਹੋਣਾ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਵੀ ਨਾਮ ਹੀ ਪ੍ਰਾਣ ਬਣ ਗਏ। ਨਾਮ ਜਪਦੇ ਹਾਂ ਤਾਂ ਜੀਵਨ ਹੈ, ਨਹੀਂ ਜਪਦੇ ਤਾਂ ਨਹੀਂ ਜੀਵਨ। ਮਤਲਬ ਨਾਮ ਹੀ ਮੇਰੇ ਪ੍ਰਾਣ ਬਣ ਗਏ। ਉਹਨੇ ਕਿਰਪਾ ਕਰ ਦਿੱਤੀ ਆ। ਕਰੀ ਕਿਰਪਾ ਸਾਧੂ ਸੰਗ ਭੇਟੇ, ਪੂਰੇ ਗੁਰੂ ਦੇ ਨਾਲ ਮੇਲ ਹੋ ਗਿਆ। ਪੂਰਨ ਪੁਰਖ ਸੁਜਾਨ, ਪੂਰੇ ਗੁਰੂ ਦੇ ਨਾਲ ਜਦੋਂ ਭੇਟ ਹੋਈ ਅਤੇ ਮੈਨੂੰ ਪੂਰੇ ਪੁਰਖ ਸੁਜਾਨ ਦੀ ਸੋਝੀ ਆਈ। ਭਾ ਪੂਰਨ ਪੁਰਖ ਕੌਣ? ਅਕਾਲ ਪੁਰਖ ਪਰਮਾਤਮਾ ਪਰਮੇਸ਼ਰ। ਸੁਜਾਨ ਕੌਣ? ਸੁਜਾਨ ਵੀ ਹੋਈ ਹੈ ਜੋ ਸਭ ਕੁਝ ਜਾਣਦਾ, ਜਿਹਨੂੰ ਸਭ ਕਾਸੇ ਦਾ ਪਤਾ ਹੈ। ਪੂਰਨ ਪੁਰਖ ਸੁਜਾਨ, ਇਹ ਪੂਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਅਕਾਲ ਪੁਰਖ ਦੀ ਸੋਝੀ ਦਿੱਤੀ ਹੈ। ਰਹਾਓ। ਪ੍ਰੇਮ ਠਗੌਰੀ ਜਿਨ ਕਉ ਪਾਈ, ਤਿਨ ਰਸ ਪੀਓ ਭਾਰੀ। ਇਹ ਜਿਹੜੀ ਪ੍ਰੇਮ ਦੀ ਠੱਗ ਬੂਟੀ ਹੈ, ਪੂਰੇ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ। ਜਿਸ ਨੂੰ ਪੂਰੇ ਸਤਿਗੁਰੂ ਜੀ ਪਾਸੋਂ ਪ੍ਰੇਮ ਪ੍ਰਾਪਤ ਹੁੰਦਾ ਹੈ, ਉਹਨੂੰ ਫਿਰ ਗੁਰਬਾਣੀ ਦੇ ਵਿੱਚੋਂ ਭਾਰੀ ਰਸ ਪ੍ਰਾਪਤ ਹੁੰਦਾ, ਅੰਮ੍ਰਿਤ ਰਸ। ਭਾਵ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹੋ, ਸੁਣੋ, ਵਿਚਾਰੋ, ਫਿਰ ਰਸ ਬਣਦਾ, ਫਿਰ ਆਨੰਦ ਬਣਦਾ ਜੀ। ਅਤੇ ਪ੍ਰੇਮ ਪੂਰੇ ਸਤਿਗੁਰੂ ਜੀ ਪਾਸੋਂ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਸੱਚੀ ਗੱਲ ਹੈ। ਜੇ ਰੱਬ ਨੂੰ ਪਾਉਣਾ ਆ ਅਤੇ ਬਈ ਪ੍ਰੇਮ ਚਾਹੀਦਾ, ਪ੍ਰੇਮ ਤੋਂ ਬਿਨਾਂ ਨਹੀਂ। ਰਸ ਜਿਹੜਾ ਆ, ਰਸ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੈ, ਰਸ ਵਾਲੇ ਦੀ ਪ੍ਰਾਪਤੀ ਹੈ, ਆਨੰਦ ਵਾਲੇ ਦੀ ਪ੍ਰਾਪਤੀ ਹੈ। ਜੇ ਆਨੰਦ ਨਹੀਂ ਆਇਆ, ਆਨੰਦ ਵਾਲਾ ਕਿੱਥੋਂ ਮਿਲ ਜਾਊਗਾ? ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਆ ਪ੍ਰੇਮ ਦੇ ਨਾਲ। ਅਤੇ ਪ੍ਰੇਮ ਮਿਲਦਾ ਸਤਿਗੁਰੂ ਜੀ ਪਾਸੋਂ। ਉਹ ਵਚਨ ਕੱਢਦੇ ਨੇ ਮਹਾਰਾਜ, ਕਹਿੰਦੇ ਪ੍ਰੇਮ ਠਗੌਰੀ ਜਿਨ ਕੋ ਪਾਈ, ਤਿਨ ਰਸ ਪੀਓ ਭਾਰੀ। ਹੁਣ ਜਿਹੜਾ ਰਸ ਪ੍ਰਾਪਤ ਕਰ ਜਾਂਦਾ ਨਾ, ਛਕ ਲੈਂਦਾ, ਉਹ ਭਾਰੀ ਹੋ ਜਾਂਦਾ ਹੈ। ਉਹਦੇ 'ਚ ਹੌਲਾਪਨ ਖਤਮ ਹੋ ਜਾਂਦਾ, ਉਹਦੀ ਸੋਚ ਭਾਰੀ ਹੋ ਜਾਂਦੀ ਹੈ, ਉਹਦੇ ਖਿਆਲਾਤ ਭਾਰੇ ਹੁੰਦੇ ਨੇ। ਉਹ ਗੱਲ ਨੂੰ ਸੁਣਨ ਦੀ, ਜਰਨ ਦੀ ਸ਼ਕਤੀ ਰੱਖਦਾ, ਉਹਦੇ ਵਿੱਚ ਹੋਸ਼ਾਪਨ ਖਤਮ ਹੋ ਜਾਂਦਾ। ਜਿਹਨੂੰ ਪ੍ਰੇਮ, ਜਿਹਨੂੰ ਨਾਮ ਦਾ ਰਸ ਮਿਲਦਾ, ਬਾਣੀ ਦਾ ਰਸ ਮਿਲਦਾ, ਉਹ 'ਚ ਹੋਸ਼ਾਪਨ ਨਹੀਂ ਰਹਿ ਜਾਂਦਾ ਹੈ। ਉਹਦੀ ਵਿਚਾਰ ਭਾਰੀ ਹੁੰਦੀ, ਸੋਚ ਭਾਰੀ ਹੁੰਦੀ ਆ, ਹੋਸ਼ਾਪਨ ਖਤਮ ਹੋ ਜਾਂਦਾ ਹੈ। ਸੋ ਐਵੇਂ ਨਹੀਂ
ਵੀ ਮਾੜਾ ਜਿਹਾ ਵੀ ਹਵਾ ਦਾ ਬੁੱਲਾ ਵਗਿਆ ਤਾਂ ਉਹ ਡੋਲਣ ਲੱਗ ਪਿਆ। ਨਾ ਦੁੱਖ ਵਿੱਚ ਡੋਲੇ, ਨਾ ਸੁੱਖ ਵਿੱਚ, ਹੰਕਾਰ ਵਿੱਚ ਆਵੇ, ਕਿਉਂਕਿ ਭਾਰਾ ਹੋ ਗਿਆ ਨਾ। ਹੁਣ ਭਾਰਾ ਹੋ ਗਿਆ। ਭਾਰਾ ਸਤਿਗੁਰੂ ਹੀ ਹੈ, ਅਤੇ ਜਿਹਨੂੰ ਫਿਰ ਗੁਰਬਾਣੀ ਦਾ ਰਸ ਆ ਗਿਆ ਉਹ ਭਾਰਾ ਹੋ ਜਾਂਦਾ ਹੈ। ਮਾਇਆ ਦੇ ਨਾਲ ਉਹ ਕਦੀ ਤੁੱਲ ਨਹੀਂ ਸਕਦਾ। ਆ ਜਿਹੜੇ ਸੰਸਾਰਕ ਸੁੱਖ ਨੇ, ਇਹਨਾਂ ਨਾਲ ਉਹਦੀ ਬੰਦਗੀ 'ਚ ਨਹੀਂ ਫਰਕ ਪੈਂਦਾ ਕਦੀ। ਆਹ ਸੰਸਾਰ ਦੇ ਸੁੱਖ ਜਿਹੜੇ ਨੇ ਇਹ ਸਾਰਿਆਂ ਨੂੰ ਤੋਲ ਕੇ ਰੱਖ ਦਿੰਦੇ ਨੇ, ਪਰ ਰੱਬ ਦਾ ਪਿਆਰਾ ਬੰਦਗੀ ਵਾਲਾ ਜਿਹਨੂੰ ਨਾਮ ਦਾ ਰਸ ਆਉਂਦਾ ਬੜਾ ਭਾਰਾ ਹੁੰਦਾ। ਨਾ ਤਾਂ ਸੁੱਖ ਨਾ ਤੁੱਲੇ, ਨਾ ਦੁੱਖ ਦੇ ਨਾਲ ਡੋਲੇ, ਉਹ ਨਹੀਂ ਡੋਲਦਾ ਜੀ। ਤਾਂ ਕੀ ਕੀਮਤ ਕਹਿਣ ਨਾ ਜਾਈ, ਕੁਦਰਤ ਕਵਨ ਹਮਾਰੀ। ਉਸ ਦੀ ਕੀਮਤ ਨਹੀਂ ਕਹੀ ਜਾ ਸਕਦੀ ਹੈ। ਉਹਦੀ ਕੋਈ ਕੀਮਤ ਦੱਸ ਸਕਦਾ ਨਾ। ਹੁਣ ਇਹ ਕੁਦਰਤ ਕਵਨ ਹਮਾਰੀ, ਜਿਹੜੀ ਕੁਦਰਤ ਕਰਤੇ ਪੁਰਖ ਨੇ ਬਣਾਈ ਹੋਈ ਹੈ, ਜਿੱਦਾਂ ਕੁਦਰਤ ਦੁਆਰਾ ਕਰਤੇ ਦਾ ਪਤਾ ਲੱਗਦਾ। ਕੁਦਰਤ ਦੁਆਰਾ, ਕੁਦਰਤ ਕਿਹਦੀ ਹੈ? ਕੁਦਰਤ ਕਰਤੇ ਪੁਰਖ ਦੀ ਹੈ। ਕੁਦਰਤ ਕਰਤੇ, ਕੁਦਰਤ ਹਮਾਰੀ ਨਹੀਂ ਹੈ। ਕੁਦਰਤ ਸਾਡੇ ਅਨੁਸਾਰ ਨਹੀਂ ਚੱਲਦੀ ਹੈ। ਕੁਦਰਤ ਕਾਦਰ ਦੀ ਹੈ। ਕਾਦਰ ਦੇ ਅਨੁਸਾਰ ਕੁਦਰਤ ਨੇ ਵਰਤਣਾ ਹੁੰਦਾ ਹੈ। ਇਸ ਕਰਕੇ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਕੁਦਰਤ ਕਵਨ ਹਮਾਰੀ, ਜੋ ਕੁਛ ਉਹਦਾ ਹੁਕਮ, ਕੁਦਰਤ ਦੇ ਦੁਆਰਾ ਉਹਦੇ ਹੁਕਮ ਸਾਰੇ ਚੱਲਦੇ ਪਏ ਨੇ। ਇਸ ਕਰਕੇ ਸੋ ਕੁਦਰਤ ਦਾ ਮਾਲਕ ਉਹ ਆਪ ਹੈ। ਬੰਦਾ ਐਵੇਂ ਕੁਦਰਤ ਦਾ ਮਾਲਕ ਬਣ ਕੇ ਬਹਿ ਜਾਂਦਾ। ਕੁਦਰਤ ਦੇ ਨਾਲ ਛੇੜਛਾੜ ਕਰਦਾ ਬੰਦਾ, ਅਤੇ ਕੁਦਰਤ ਤੇਰੀ ਨਹੀਂ ਹੈ, ਕੁਦਰਤ ਇਹਦੀ ਨਹੀਂ ਹੈ। ਅਤੇ ਇਹ ਜਿੰਨੀ ਇਸਨੇ ਕੁਦਰਤ ਦੇ ਨਾਲ ਛੇੜਛਾੜ ਕੀਤੀ ਆਪਣੀ ਜਾਣ ਕੇ ਵੀ ਮੈਂ ਮਾਲਕ ਹੈ ਇਹ ਏਰੀਏ 'ਚ, ਇਸ ਆਸਮਾਨ ਦੇ ਥੱਲੇ ਮੈਂ ਰਹਿੰਦਾ, ਆਹ ਆਸਮਾਨ ਮੇਰਾ, ਆਹ ਪਾਣੀ ਮੇਰੀ ਏਰੀਏ ਵਿੱਚ ਆਉਂਦਾ, ਸਮੁੰਦਰ ਮੇਰਾ, ਆਹ ਧਰਤੀ 'ਤੇ ਮੈਂ, ਮੇਰੇ ਧਰਤੀ 'ਤੇ ਰਾਜ। ਸੋ ਕੁਦਰਤ ਨਹੀਂ ਤੇਰੀ ਹੋ ਸਕਦੀ, ਕੁਦਰਤ ਨਹੀਂ ਹੋ ਸਕਦੀ। ਕੁਦਰਤ ਕਾਦਰ ਦੀ ਹੀ ਹੈ। ਜਿਹੜੇ ਜੀ ਜੰਤ ਨੇ, ਜਿਹੜੇ ਰਾਜੇ ਮਹਾਰਾਜੇ, ਜਿਹੜੇ ਕਹਿੰਦੇ ਕੁਦਰਤ ਸਾਡੀ, ਮਤਲਬ ਵੰਡੀਆਂ ਪਾ ਲੈਂਦੇ ਨਾ, ਵੰਡੀਆਂ। ਚੰਦ 'ਤੇ ਪਹੁੰਚ ਗਿਆ ਇਨਸਾਨ, ਵੀ ਚੰਦ ਇਹਨਾਂ ਦਾ ਹੋ ਗਿਆ, ਇਹ ਕਿੱਦਾਂ ਹੋ ਜਾਊ? ਕਿੰਨਾ ਚਿਰ ਹੋ ਗਿਆ ਉਹਨੂੰ ਧਰਤੀ 'ਤੇ ਰਹਿੰਦੇ ਆ, ਧਰਤੀ ਤਾਂ ਇਹਦੀ ਬਣੀ ਨਹੀਂ। ਧਰਤੀ ਇਹਦੀ, ਧਰਤੀ ਨੂੰ ਆਪਣੀ ਸਮਝਦਾ, ਧਰਤੀ ਦਾ ਸ਼ਿੰਗਾਰ ਕਰਦਾ। ਜਿਹੜੀ ਚੀਜ਼ ਨੂੰ ਅਸੀਂ ਆਪਣਾ ਸਮਝਦੇ ਹਾਂ ਉਹਦਾ ਸ਼ਿੰਗਾਰ ਨਹੀਂ ਕਰਦੇ। ਜਿਹੜਾ ਸਰੀਰ ਹੈ, ਸਰੀਰ ਮੇਰਾ ਆ, ਮੈਨੂੰ ਸਵਾਰ ਕੇ ਰੱਖਦਾ, ਮੇਰਾ ਆ। ਉੱਦਾਂ ਕਹਿੰਦੇ ਮੈਂ ਕੁਦਰਤ ਨੂੰ ਮੰਨਦਾ। ਕੁਦਰਤ ਕਵਣ ਹਮਾਰੀ, ਕਦੋਂ ਦੀ ਤੇਰੀ ਕੁਦਰਤ ਹੋ ਗਈ? ਕਿਵੇਂ ਹੋ ਗਈ ਬਈ? ਕੁਦਰਤ ਦਾ ਤੂੰ ਕੀ ਸਤਿਕਾਰ ਕਰਦਾ, ਕੀ ਮਾਣ ਕਰਦਾ? ਕੁਦਰਤ ਨਾਲ ਤੂੰ ਛੇੜਛਾੜ ਕਰਦਾ ਪਿਆ। ਕੁਦਰਤ ਨੂੰ ਤਾਂ ਮੈਲਾ ਕਰਨ ਦੀ ਕੋਸ਼ਿਸ਼ ਕਰਦਾ। ਜਿੱਦਾਂ ਦਾ ਤੂੰ ਮੈਲਾ, ਇੱਦਾਂ ਦੀ ਤੂੰ ਕੁਦਰਤ ਮੈਲੀ ਕਰੀ ਜਾ ਰਿਹਾ ਹੈ। ਭਾਈ ਜੇ ਤੂੰ ਕੁਦਰਤ ਨੂੰ ਹਮਾਰੀ ਕਰਕੇ ਮੰਨਦਾ ਨਾ ਵੀ ਮੇਰੀ ਹੈ, ਸਗੋਂ ਕੁਦਰਤ ਦੇ ਨਿਖਾਰ ਵਾਲੇ ਪਾਸੇ ਜਾਂਦਾ। ਕੁਦਰਤ ਨੂੰ ਕਦੀ ਤੂੰ ਮੈਲਾ ਨਾ ਕਰਦਾ, ਕੁਦਰਤ ਨੂੰ ਕਦੀ ਤੂੰ ਛੇੜਦਾ ਨਾ, ਕੁਦਰਤ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਨਾ ਕਰਦਾ। ਪਰ ਇੱਥੇ ਤਾਂ ਸਾਰਾ ਕੰਮ ਹੀ ਉਲਟ ਹੋਇਆ ਪਿਆ। ਮੱਤ, ਜਿਹੜੀ ਮੱਤ ਹੈ, ਮੱਤ ਮਾੜੀ ਮੱਤ, ਮਨ ਦੀ ਮੱਤ ਦੇ ਮਗਰ ਤੁਰਿਆ ਹੋਇਆ। ਪੜ੍ਹਿਆ ਤਾਂ ਬਥੇਰਾ ਪਰ ਅਗਿਆਨੀ ਰਿਹਾ। ਮਾੜਾ ਪੜ੍ਹ ਕੇ ਮਾੜਾ ਹੀ ਸੋਚਿਆ ਅਤੇ ਮਾੜਾ ਹੀ ਕੀਤਾ। ਕੁਦਰਤ ਨੂੰ ਵੀ ਇਸਨੇ ਦੂਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਜਿਉਂ-ਜਿਉਂ ਕੁਦਰਤ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਤਿਉਂ-ਤਿਉਂ ਇਨਸਾਨ ਦੁਖੀ ਹੋਇਆ, ਪਰੇਸ਼ਾਨ ਹੋਇਆ। ਕਹਿੰਦੇ ਲਾਏ ਲਏ ਲੜ ਦਾਸ ਜਨ ਆਪਣੇ, ਉਦਰੇ ਉਦਰ ਨਹਾਰੇ। ਪਰਮਾਤਮਾ ਪਰਮੇਸ਼ਰ ਆਪਣਿਆਂ ਸੇਵਕਾਂ ਨੂੰ ਆਪਣੇ ਲੜ ਲਾ ਕੇ ਰੱਖਦਾ, ਆਪਣੇ ਪੱਲੇ ਦੇ ਨਾਲ ਜੋੜ ਕੇ ਰੱਖਦਾ। ਸੋ ਇਹ ਲੜ ਲੱਗਣ ਲਈ ਚਾਹਵਾਨ ਰਹੇ, ਇੱਛਤ ਰਹੇ ਵੀ ਮੈਂ ਤੇਰੇ ਲੜ ਲੱਗਣਾ। ਪੱਲੇ ਟੈਂਡੇ ਲੱਗ ਗਈ, ਹੱਬੇ ਸਾ ਕੁੜਾਵੇ ਡਿੱਠੇ। ਬਾਕੀ ਸਾਰਿਆਂ ਰਿਸ਼ਤਿਆਂ ਨਾਲੋਂ ਗੁਰੂ ਦਾ ਰਿਸ਼ਤਾ ਇਹ ਸੁਪਰੀਮ ਸਮਝੇ ਅਤੇ ਉਹ ਲੜ ਲਾਉਂਦਾ। ਅਤੇ ਉਦਰਨ ਹਾਰੇ, ਇਸ ਸੰਸਾਰ ਤੋਂ ਜਿਹੜੇ ਲੜ ਲੱਗ ਗਏ, ਅਤੇ ਜਿਹੜੇ ਲੜ ਲੱਗੇ ਅਤੇ ਫਿਰ ਉਹ ਜੋਗ ਦਿਸੇ ਅਤੇ ਉਹ ਬਚੇ। ਜਿੱਦਾਂ ਹੁਣ ਕਲਾਸ ਵਿੱਚ, ਸਕੂਲ ਵਿੱਚ ਐਡਮਿਸ਼ਨ ਮਿਲ ਗਈ,
ਬੱਚਾ ਪੜ੍ਹਨ ਲੱਗ ਪੈਂਦਾ। ਪਰ ਭਾਈ ਉਹ ਹੁਣ ਪੜ੍ਹੇਗਾ ਤਾਂ ਪਾਸ ਹੋਵੇਗਾ, ਇਕੱਲਾ ਸਕੂਲ ਵਿੱਚ ਐਡਮਿਸ਼ਨ ਲੈਣ ਦੇ ਨਾਲ ਤਾਂ ਪਾਸ ਨਹੀਂ ਹੋਣਾ। ਜੇ ਸਾਡੇ 'ਤੇ ਤਰਸ ਖਾ ਕੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਲੜ ਲਾ ਹੀ ਲਿਆ, ਪਰ ਜਦੋਂ ਉਹਨੇ ਪਾਰ ਕਰਨੇ ਨਾ, ਉਸ ਵੇਲੇ ਦੇਖਣਾ ਵੀ ਇਹ ਪਾਰ ਹੋਣ ਜੋਗਾ ਹੋ ਗਿਆ। ਨਹੀਂ ਤਾਂ ਕਈ ਇੰਝ ਹੀ ਰਹਿ ਜਾਂਦੇ ਨੇ, ਲੜ ਤਾਂ ਲੱਗੇ ਹੋਏ ਨੇ, ਪਾਰ ਹੋਣ ਦੀ ਅਜੇ ਗੱਲ ਨਹੀਂ ਬਣੀ, ਸਮਾਂ ਲੱਗ ਜਾਂਦਾ ਹੈ। ਅੰਮ੍ਰਿਤ ਛਕ ਲਿਆ, ਗੁਰੂ ਦਾ ਪੱਲਾ ਫੜ ਲਿਆ, ਉਹਨੇ ਸਾਨੂੰ ਲੜ ਲਾ ਲਿਆ। ਅੰਮ੍ਰਿਤ ਛਕ ਕੇ ਵੀ ਜੇ ਮੇਰਾ ਜੀਵਨ ਨਹੀਂ ਬਣਿਆ, ਅਜੇ ਮੈਂ ਪਾਰ ਹੋਣੇ ਵਾਲਾ ਨਹੀਂ ਬਣਿਆ। ਪਾਰ ਉਹਨੇ ਉਹਨੂੰ ਹੀ ਕਰਨਾ ਜਿਹੜਾ ਪਾਰ ਹੋਣੇ ਵਾਲਾ ਹੋਵੇਗਾ, ਜਿਸ 'ਚ ਕੁਆਲਿਟੀ ਆਵੇਗੀ ਪਾਰ ਹੋਣ ਦੀ, ਫਿਰ ਉਹ ਪਾਰ ਉਹਨੂੰ ਉਹ ਪਾਰ ਕਰ ਦਿੰਦਾ। ਇਹ 'ਚ ਤਾਂ ਸਿਖਾਲਿਆ ਜਾਂਦਾ। ਜਦੋਂ ਲੜ ਲੱਗੀ ਦਾ ਨਾ, ਉਹਦੇ 'ਚ ਤਾਂ ਸਿੱਖ ਮੱਤ ਦਿੱਤੀ ਜਾਂਦੀ ਹੈ ਵੀ ਭਾਈ ਕਿੱਦਾਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨਾ। ਜੇ ਤਾਂ ਮੇਰਾ ਜੀਵਨ ਬਣ ਗਿਆ, ਫਿਰ ਆਪ ਹੀ ਨਹੀਂ ਪਾਰ ਹੁੰਦਾ, ਇਹ ਜਹਾਜ਼ ਬਣ ਜਾਂਦਾ। ਸੰਗੀ ਸਾਥੀ ਸਗਲ ਤਰਾਈ, ਆਪ ਵੀ ਪਾਰ ਹੁੰਦਾ, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਪਾਰ ਕਰ ਲੈਂਦਾ। ਅਤੇ ਜੇ ਨਾ ਸਿੱਖ ਮਤ ਗ੍ਰਹਿਣ ਕਰ ਸਕਿਆ ਫਿਰ ਨਹੀਂ ਬਚਦਾ। ਕਾਨੂੰਨ ਤਾਂ ਉਹ ਹੈ ਜਿਹੜਾ ਟੈਸਟ ਆ, ਪਰਚਾ ਪੈਂਦਾ ਆ, ਅਤੇ ਉਹ ਤਾਂ ਸਾਰਿਆਂ ਵਾਸਤੇ ਪੈਣਾ ਨਾ। ਫਿਰ ਇੱਦਾਂ ਵੀ ਸੋ ਜਿਹੜੇ ਲੜ ਲੱਗ ਗਏ ਹੈ, ਸੋ ਉਹਨਾਂ ਦੀ ਟਿਊਸ਼ਨ ਰੱਖੀ ਹੋਈ ਹੁੰਦੀ ਹੈ, ਉਹਨਾਂ ਨੂੰ ਦੱਸਿਆ ਹੋਇਆ ਹੁੰਦਾ ਗੁਰੂ ਨੇ ਵੀ ਆਹ ਕਠਿਨਾਈਆਂ ਆ ਸਕਦੀਆਂ, ਇਹਦੀ ਪੜ੍ਹਾਈ ਕਰ ਲੈ। ਹੁਣ ਫੇਰ ਵੀ ਨਾ ਪੜ੍ਹੇ, ਉੱਥੇ ਸਾਚਾ ਸਤਿਗੁਰੂ ਕਿਆ ਕਰੇ, ਉੱਥੇ ਗੁਰੂ ਕੀ ਕਰੇ। ਫਿਰ ਇਸ ਕਰਕੇ ਪੱਲੇ ਲੱਗੇ ਵਾਲੇ ਵੀ ਕਈ ਵੇਲੇ ਉਹਨਾਂ ਨੂੰ ਫਿਰ ਉਡੀਕ ਕਰਨੀ ਪੈਂਦੀ, ਕਿਉਂਕਿ ਪੜ੍ਹਾਈ ਨਹੀਂ ਹੋ ਰਹੀ, ਸਮਝ ਨਹੀਂ ਪੈ ਰਹੀ ਹੈ। ਇਸ ਕਰਕੇ ਮਹਾਰਾਜ ਨੇ ਸਾਫ਼ ਕਹਿ ਦਿੱਤਾ, ਸੱਚੇ ਪਾਤਸ਼ਾਹ ਕਹਿੰਦੇ ਉਧਰੇ ਉਧਰ ਨਹਾਰੇ। ਠੀਕ ਆ, ਉਹਨੇ ਦਾਸਤਾ ਬਣਾ ਲਿਆ, ਅਸੀਂ ਲੜ ਲੱਗ ਗਏ, ਪਰ ਉਧਰਾਂਗੇ ਜਦੋਂ ਉਧਰ ਨਹਾਰੇ ਬਣਾਂਗੇ, ਪਾਰ ਹੋਵਾਂਗੇ ਜਦੋਂ ਪਾਰ ਹੋਣ ਦੀ ਕੁਆਲਿਟੀ ਸਾਡੇ ਵਿੱਚ ਆਵੇਗੀ, ਫਿਰ ਪਾਰ ਹੋਵਾਂਗੇ। ਕਹਿੰਦੇ ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸ਼ਰਨ ਦੁਆਰੇ। ਹੇ ਪ੍ਰਭੂ, ਮੈਂ ਤਾਂ ਤੇਰੇ ਦੁਆਰੇ 'ਤੇ ਆ ਗਿਆ, ਤੇਰੇ ਦੁਆਰੇ 'ਤੇ ਸ਼ਿਕਾਇਤ ਲਾਉਣ ਨਹੀਂ, ਸ਼ਰਨ ਵਿੱਚ ਆਇਆ। ਸ਼ਰਨ ਵਿੱਚ ਬੜਾ ਫਰਕ ਹੁੰਦਾ, ਦੁਆਰੇ 'ਤੇ ਆਉਣ ਦਾ ਬੜਾ ਫਰਕ ਹੁੰਦਾ। ਜਦੋਂ ਮੈਂ ਗੁਰੂ ਦੇ ਦੁਆਰੇ 'ਤੇ ਆਵਾਂ ਤਾਂ ਸ਼ਰਨ ਵਿੱਚ ਆਵਾਂ, ਮੈਂ ਤੇਰੀ ਸ਼ਰਨ ਵਿੱਚ ਆਇਆ, ਬਸ ਮੈਨੂੰ ਬਚਾ ਲਾ, ਜਿੱਦਾਂ ਮਰਜ਼ੀ ਬਚਾ ਲਾ। ਮਾਇਆ ਦੇ ਤੱਤੇ ਝੋਲੇ ਨੇ, ਮਾਇਆ ਦਾ ਬੜਾ ਛੇਕ ਹੈ ਸੰਸਾਰ ਦੇ ਵਿੱਚ। ਮੈਂ ਘਬਰਾ ਗਿਆ, ਡਰ ਗਿਆ, ਤਰਾਹੇ ਤਰਾਹੇ ਤੁਸੀਂ ਸ਼ਰਣੀ ਆਇਓ। ਮੈਂ ਡਰ ਖਾ ਕੇ, ਭੈ ਖਾ ਕੇ ਤੇਰੀ ਸ਼ਰਨ ਵਿੱਚ ਆ ਗਿਆ। ਸਿੱਖ ਹੁੰਦੇ ਨੇ ਵੀ ਮਹਾਰਾਜ ਨੂੰ ਦੱਸਣਾ, ਸ਼ਿਕਾਇਤ ਲੈ ਕੇ, ਆਹ ਮੇਰਾ ਕੰਮ ਨਹੀਂ ਕੀਤਾ, ਆਹ ਨਹੀਂ ਕੰਮ ਕੀਤਾ। ਨਹੀਂ, ਇੰਝ ਨਹੀਂ ਮੈਂ ਦੁਆਰੇ ਆਇਆ, ਮੈਂ ਤਾਂ ਦੁਆਰੇ ਸਿਰਫ ਡਰਦਾ ਮਾਰਾ ਆਇਆ ਵੀ ਮੇਰੇ ਕੋਲ ਹੋ ਕੁਝ ਨਹੀਂ ਰਿਹਾ। ਤੂੰ ਤਾਂ ਸਭ ਕੁਝ ਦੱਸਦਾ ਆ, ਮੇਰੀ ਮਦਦ ਵੀ ਕਰਦਾ, ਮੈਨੂੰ ਸਿਖਾਉਂਦਾ ਵੀ ਆ, ਪਰ ਮੇਰੇ ਕੋਲ ਹੁੰਦਾ ਕੁਛ ਨਹੀਂ। ਬਚਾ ਲੈ, ਜਦੋਂ ਆਪਾਂ ਕਹਿੰਦੇ ਜਿਉਂ ਭਾਵੇਂ ਤੂੰ ਰੱਖ ਲੈ, ਇਹਨੂੰ ਕਿਹਾ ਜਾਂਦਾ ਸ਼ਰਨੀ ਆਉਣਾ। ਜੇ ਕਹਿੰਦੇ ਮਹਾਰਾਜ ਆਹ ਮੈਂ ਇੰਨਾ ਪਾਠ ਕੀਤਾ, ਇੰਨਾ ਕਿ ਤੂੰ ਮੇਰਾ ਕੰਮ ਨਹੀਂ ਕੀਤਾ, ਇਹਨੂੰ ਸ਼ਿਕਾਇਤ ਲਾਉਣੀ, ਸ਼ਿਕਾਇਤ ਲਾਉਣੀ ਹੈ। ਉਹਦੀ ਸ਼ਰਨ ਵਿੱਚ ਆਉਣਾ ਹੈ। ਜਿਉਂ ਭਾਵੇਂ ਤੂੰ ਰਾਖ ਲੈ, ਹਮ ਸ਼ਰਨ ਪਰਵਾਏ ਰਾਮ ਰਾਜੇ। ਆਪਣੀ ਭੁੱਲ ਸਵੀਕਾਰ ਕਰਨੀ ਹੈ। ਹਮ ਭੂਲ, ਹੈ ਨਾ, ਅਸੀਂ ਭੁੱਲ ਗਏ, ਵਿਗਾੜੇ ਦਿਨ ਸਰਾਤ। ਮੈਂ ਆਪਣਾ ਦਿਨ ਵੀ ਵਿਗਾੜ ਲਿਆ ਅਤੇ ਰਾਤ ਵੀ ਵਿਗਾੜ ਲਈ। ਨਾ ਤਾਂ ਦਿਨੇ ਨੂੰ ਤੇਰੀ ਯਾਦ, ਨਾ ਰਾਤ ਨੂੰ ਕੋਈ ਬੰਦਗੀ, ਕਿਉਂ ਭੁੱਲਿਆ। ਬਸ ਕਿਰਪਾ ਕਰਕੇ ਮੈਨੂੰ ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਸੋ ਇਸ ਤਰੀਕੇ ਦੇ ਨਾਲ ਪ੍ਰਭ ਸਿਮਰ 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 ਸੁਖ ਪਾਇਓ, ਨਾਨਕ ਸ਼ਰਨ ਦੁਆਰੇ। ਜਦੋਂ ਉਹਦੀ ਮੈਂ ਸ਼ਰਨ ਵਿੱਚ ਆਇਆ ਅਤੇ ਆਪਣਾ ਦੁੱਖੜਾ ਰੋਇਆ, ਅਤੇ ਗੁਰੂ ਨੇ, ਕਰਤੇ ਪੁਰਖ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ, ਮੈਨੂੰ ਆਪਣੇ ਸਿਮਰਨ ਦੀ ਦਾਤ ਦੇ ਦਿੱਤੀ। ਕਹਿੰਦੇ ਲੈ ਆ ਟੌਫੀ ਲੈ ਲਾ, ਚੂਸੀ ਜਾ, ਸਿਮਰਨ ਕਰੀ ਜਾ। ਬਾ ਜਿਉਂ-ਜਿਉਂ ਹੁਣ ਮੈਂ ਸਿਮਰਦਾ, ਤਿਉਂ-ਤਿਉਂ ਦੁੱਖ ਦੂਰ ਹੁੰਦੇ ਨੇ। ਪਰ ਨਾਮ ਉਹਨੇ ਦਿੱਤਾ, ਸਿਮਰਨ ਉਹਨੇ ਦਿੱਤਾ, ਜੁਗਤੀ ਉਸਨੇ ਦਿੱਤੀ, ਅਤੇ ਹੁਣ ਮੈਂ ਉਸ ਜੁਗਤੀ ਨਾਲ ਸਿਮਰਦਾ ਅਤੇ ਹੁਣ ਸੁੱਖ ਪਾਉਂਦਾ, ਦੁੱਖ ਦੂਰ ਜਾਂਦੇ ਨੇ। ਜੈ ਤਸੂਰੀ ਮਹਲਾ ਪੰਜਵਾਂ।
ਆਏ ਅਨਕ ਜਨਮ ਭ੍ਰਮ ਸ਼ਰਣੀ। ਜੈ ਸ੍ਰੀ ਰਾਗ ਦੇ ਵਿੱਚ ਅਗਲਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮ ਆਪਾਂ ਲੈ ਚੁੱਕੇ ਹਾਂ। ਇਹ ਜੀਵ, ਇਹ ਪ੍ਰਾਣੀ, ਇੱਦਾਂ ਬੇਨਤੀ ਕਰਿਆ ਕਰ, ਮਹਾਰਾਜ ਬੜੇ ਜਨਮ ਹੋ ਚੁੱਕੇ ਨੇ। ਅਨਕ ਜਨਮ, ਅਨਕ ਜਨਮ ਭ੍ਰਮ ਭਟਕਿਆ। ਜੇ ਮੈਂ ਭਟਕਦਾ ਨਾ ਤੇ ਮੈਂ ਕਦੀ ਜਨਮ ਨਾ ਹੋਰ ਧਾਰਨ ਕਰਦਾ। ਮੇਰੀ ਭਟਕਣਾ ਨੇ ਮੈਨੂੰ ਭਟਕਾਇਆ। ਹੁਣ ਭਟਕਿਆ ਕਿਉਂ ਵੀ? ਕਿਉਂ ਭਟਕਿਆ? ਕਹਿੰਦੇ ਤੂੰ ਭਰਮ ਵਿੱਚ ਪੈ ਗਿਆ। ਮੇਰਾ ਭਰਮ ਮੈਨੂੰ ਭਟਕਣਾ ਵਿੱਚ ਲੈ ਜਾਂਦਾ। ਆ ਕਰਾਂ ਨਾ ਕਰਾਂ, ਸਹੀ ਗਲਤ, ਦੁਚਿੱਤੀ। ਭਰਮ ਕੀ ਹੈ? ਦੁਚਿੱਤੀ। ਜਿਹੜੀ ਗੱਲ ਰੱਬ ਦੀ ਹੈ, ਬੰਦਗੀ ਦੀ ਆ, ਉਹਦੇ ਵਿੱਚ ਦੁਚਿੱਤਾਪਨ ਨਹੀਂ ਚਾਹੀਦਾ, ਉਹ 'ਚ ਨਹੀਂ ਚਾਹੀਦਾ। ਜਦ ਪਤਾ ਹੀ ਲੱਗ ਗਿਆ ਕਿ ਗੁਰੂ ਨਾਨਕ ਪੂਰਾ, ਕਾਹਦੀ ਭਟਕਣਾ ਵੀ। ਜਦ ਮੈਨੂੰ ਪਤਾ ਹੀ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਗੁਰੂ ਗੋਬਿੰਦ ਸਿੰਘ ਜੀ ਨੇ ਲਾ ਦਿੱਤਾ ਤੇ ਪ੍ਰਗਟ ਗੁਰਾਂ ਕੀ ਦੇਹ ਕਹਿ ਦਿੱਤਾ, ਤੇ ਹੁਣ ਭਟਕਣਾ ਕਾਹਦੀ ਰਹਿ ਗਈ? ਜੇ ਪ੍ਰਗਟ ਗੁਰਾਂ ਕੀ ਦੇਹ ਹੈ, ਜਿੱਦਾਂ ਬੋਲ ਕੇ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਉਪਦੇਸ਼ ਦਿੰਦੇ ਆ। ਮੇਰੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਰਜ਼ੀ ਸ਼ਬਦ ਦੇ ਦਰਸ਼ਨ ਕਰ ਲਓ, ਜਿਹਨੂੰ ਆਪਾਂ ਹੁਕਮਨਾਮਾ ਆਖਦੇ ਹਾਂ, ਜਿਹੜੇ ਮਰਜ਼ੀ ਸ਼ਬਦ ਦੇ ਦਰਸ਼ਨ ਕਰ ਲਓ, ਔਰ ਜੋ ਮੇਰੇ ਮਨ ਦੇ ਸ਼ੰਕੇ ਨੇ ਉਹ ਦੂਰ ਕਰਦਾ ਹਰ ਇੱਕ ਸ਼ਬਦ। ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਇੱਕ ਸ਼ਬਦ ਮੈਨੂੰ ਮੇਰਾ ਮਾਰਗ ਦਰਸ਼ਨ ਕਰਾਉਂਦਾ ਆ। ਮਤਲਬ ਰਾਹ ਦੱਸਦਾ ਵੀ ਇਹ ਰਾਹ ਜਾਣਾ, ਇਹ ਰਾਸਤੇ 'ਤੇ ਨਹੀਂ ਜਾਣਾ। ਜੇ ਸੋਝੀ ਹੋਵੇ, ਜੇ ਨਹੀਂ ਸੋਝੀ ਤਾਂ ਗੁਰੂ ਨੂੰ ਬੇਨਤੀ ਕਰੋ, ਮੈਨੂੰ ਸੋਝੀ ਦਿਓ, ਮਿਹਰ ਕਰੋ, ਬਖਸ਼ੀ। ਕੋਈ ਗੁਰਮੁਖ ਸੋਝੀ ਵਾਲਾ, ਉਹਦੇ ਨਾਲ ਮੇਲ ਕਰਾ ਦਿਓ, ਜਿਹੜਾ ਮੈਨੂੰ ਸਮਝਾ ਸਕੇ ਵੀ ਬਾਣੀ ਕਹਿੰਦੀ ਕੀ ਹੈ, ਕੀ ਕਹਿ ਰਹੀ ਹੈ ਬਾਣੀ। ਜੇ ਨਹੀਂ ਪਤਾ ਲੱਗਦਾ, ਮਹਾਰਾਜ ਦੀ ਬਾਣੀ 'ਚ ਨਹੀਂ ਆਉਂਦਾ ਕਦੇ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਏ। ਕਿਹਨੂੰ ਪੁੱਛਿਆ? ਜਿਹੜੇ ਰੱਬ ਦੇ ਸੰਤ ਨੇ ਉਹਨੂੰ ਪੁੱਛਿਆ। ਜਿਹੜੇ ਰਾਹ ਦੇ ਜਾਣਕਾਰ ਨੇ, ਜਿਹੜੇ ਮਹਿਲ 'ਤੇ ਪਹੁੰਚੇ ਹੋਏ ਨੇ, ਉਹਨੂੰ ਪੁੱਛਿਆ ਕਿਉਂ ਪ੍ਰਭੂ ਮਿਲਾਈਏ। ਕਿਉਂਕਿ ਇਹਨਾਂ ਨੂੰ ਇਹ ਜਾਣਕਾਰ ਨੇ ਵੀ, ਇਹਨਾਂ ਨੂੰ ਪਤਾ ਹੈ ਰੱਬ ਦੇ ਸੰਤ ਨੇ, ਰੱਬ ਦੇ ਪਿਆਰੇ ਨੇ। ਸੋ ਮੈਂ ਪਤਾ ਨਹੀਂ ਕਿੰਨੇ ਕੁ ਜਨਮ ਠੋਕਰਾਂ ਖਾਧੀਆਂ, ਭਟਕਦਾ ਹੇ ਸਤਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ। ਉਦਰ ਦੇ ਅੰਧਕੂਪ ਤੇ, ਇਹ ਜਿਹੜਾ ਮੇਰੀ ਦੇਹ ਆ ਨਾ, ਸਰੀਰ ਹੈ, ਇਹ ਅੰਨਾ ਖੂਹ ਬਣਿਆ ਹੋਇਆ, ਮੈਂ 'ਚ ਡਿੱਗਿਆ ਹੋਇਆ। ਦੇਖੋ, ਜੇ ਮੇਰੀ ਜੀਭ ਸਵਾਦਾਂ 'ਚ ਫਸੀ ਹੋਈ ਹੈ, ਜਿਹੜੀਆਂ ਅੱਖਾਂ ਨੇ ਪਰਾਇਆ ਰੂਪ, ਪਰਾਇਆ ਧਨ ਵਿੱਚ ਮੇਰੀਆਂ ਅੱਖਾਂ ਫਸ ਗਈਆਂ ਹੈ, ਅਤੇ ਜਿਹੜੇ ਮੇਰੇ ਕੰਨ ਨੇ ਇਹ ਪਰਾਈ ਨਿੰਦਿਆ ਸੁਣਦੇ ਨੇ, ਗੰਦ ਮੰਦ ਸੁਣਦੇ ਨੇ, ਫਸ ਗਏ। ਨਾਸਕਾ ਵਾਸ਼ਨਾ ਵਿੱਚ ਫਸ ਗਈ। ਸਕਿਨ ਜਿਹੜੀ ਇਹਨੂੰ ਸਪਰਸ਼ ਦਾ ਰੋਗ ਚੰਬੜ ਗਿਆ। ਇਹ ਦੇਹੀ ਖੂਹੀ ਆ, ਫਿਰ ਇਹ ਦੇਹੀ ਖੂਹ, ਇਹਦੇ ਵਿੱਚ ਫਸ ਗਿਆ ਮੈਂ। ਹੁਣ ਇਹ ਦੇਹੀ ਵਾਰ ਮਿਲਦੀ ਪਈ ਹੈ, ਵਾਰ ਐਸਾ ਮੈਂ ਖੂਹ 'ਚ ਡਿੱਗਿਆ, ਪਰ ਉਹ ਦੇਹੀ ਦਾ ਆਕਾਰ ਬਦਲ ਜਾਂਦਾ ਹੈ। ਕਦੀ ਕਿਸੇ ਪਸ਼ੂ ਦੀ ਦੇਹੀ ਮਿਲਦੀ, ਕਦੀ ਕਿਸੇ ਪਕਸ਼ੀ ਦੀ ਦੇਹੀ ਮਿਲਦੀ ਹੈ। ਅਤੇ ਮਨੁੱਖਾ ਜੋਨ ਵੀ ਤਾਂ 84 ਦੇ ਵਿੱਚ ਹੀ ਹੈ। ਇਨਸਾਨ ਦੀ ਦੇਹੀ ਵੀ ਮਿਲ ਜਾਣੀ, ਕਿ ਬਹੁਤਾ ਮਾਰਕਾ ਨਹੀਂ ਮਾਰ ਲਿਆ। ਉਹ ਇਹਦੇ 'ਚੋਂ ਨਿਕਲ ਜੇ ਸਵਾਦਾਂ 'ਚ ਫੇਰ ਫਸ ਗਿਆ, ਫਿਰ ਅਗਲੀ ਦੇਹੀ ਫੇਰ ਤਿਆਰ ਹੈ। ਗਈ ਬਨਾਵਨ ਮਾਹੋ ਕਰ ਛੋਡੀਐ ਜਾਏ ਜਲਾਹੋ। ਉਹ ਦੇਹੀ ਛੱਡਣ ਤੋਂ ਪਹਿਲਾਂ ਹੀ ਅਗਲਾ ਘਰ ਤਿਆਰ ਕੀਤਾ ਤੇਰੀ ਵਾਸ਼ਨਾ ਨੇ। ਵਾਸ਼ਨਾ ਮਾਰ, ਫੇਰ ਕਿਤੇ ਜਾ ਕੇ ਇਸ ਖੂਹ 'ਚੋਂ ਤੂੰ ਪਾਰ ਹੋਣਾ। ਅੰਧਕੂਪ ਤੇ ਉਧਰ ਦੇ ਇਹ ਦੇਹੀ ਜਿਹੜੀ ਹੈ, ਇਹ ਅੰਨਾ ਖੂਹ ਆ, ਮੈਨੂੰ 'ਚ ਬਚਾ। ਉਧਰ ਦੇ ਅੰਧਕੂਪ ਤੇ ਲਾਵੋ ਆਪਣੀ ਚਰਣੀ, ਮੈਨੂੰ ਆਪਣੇ ਚਰਣੀ ਲਾ ਲਓ। ਜਿਹੜੇ ਗੁਰੂ ਦੇ ਚਰਣੀ ਲੱਗਦੇ ਨੇ, ਉਸ ਦੇਹੀ ਤੋਂ ਬਚ ਜਾਂਦੇ ਨੇ, ਦੇਹੀ ਦੇ ਸਵਾਦਾਂ ਤੋਂ ਬਚ ਜਾਂਦੇ ਨੇ, ਦੁੱਖ ਸੁੱਖ ਤੋਂ ਬਚ ਜਾਂਦੇ ਨੇ, ਮੁੜ ਕੇ ਦੇਹੀ ਨਹੀਂ ਧਾਰਨ ਕਰਦੇ। ਕਿਉਂ? ਬਚ ਗਏ। ਉਹਨਾਂ ਨੂੰ ਗੁਰੂ ਨੇ ਚਰਣੀ ਲਾ ਲਿਆ। ਚਰਣੀ ਲਾਉਣ ਤੋਂ ਭਾਵ ਹੁੰਦਾ ਗੁਰਬਾਣੀ ਦੇ ਲੜ ਲੱਗ ਗਿਆ। ਗੁਰਬਾਣੀ ਦੇ ਲੜ ਲੱਗ ਉਹਨੂੰ ਚਰਣੀ ਲੱਗਣਾ ਕਿਹਾ ਜਾਂਦਾ ਹੈ। ਰਹਾਓ, ਗਿਆਨ ਧਿਆਨ
ਕਿਛ ਕਰਮ ਨਾ ਜਾਨਾ, ਨਾਹਿਨ ਨਿਰਮਲ ਕਰਨੀ। ਬਸ ਆਹ ਬਿਰਤੀ ਧਾਰਨ ਕਰਕੇ ਰੱਖਣੀਆਂ, ਫਿਰ ਹਉਮੈ ਦੇ ਰੋਗ ਤੋਂ ਬਚੇ ਰਹਾਂਗੇ ਜੀ। ਔਰ ਇਹ ਕੋਈ ਕਹਿਣ ਦੀ ਗੱਲ ਨਹੀਂ ਹੈ। ਇੱਦਾਂ ਵੀ ਨਾ ਹੋਵੇ ਮਨ ਵਿੱਚ ਭਾਵਨਾ ਇਹ ਹੋਵੇ ਵੀ ਮੈਨੂੰ ਆਉਂਦਾ ਤਾਂ ਸਾਰਾ ਕੁਝ ਹੈ, ਕਹਿਣਾ ਹੀ ਹੈ। ਨਹੀਂ, ਸੱਚਮੁੱਚ ਫੀਲਿੰਗ ਲੈਣੀ ਸੱਚੇ ਪਾਤਸ਼ਾਹ ਸੱਚੀ ਨਹੀਂ ਕੁਛ ਆਉਂਦਾ। ਗੁਰਬਾਣੀ ਦਾ ਤੇਰਾ ਜਿਹੜਾ ਗਿਆਨ ਹੈ ਵਿਸ਼ਾਲ ਹੈ, ਸਮੁੰਦਰ ਹੈ। ਮੈਨੂੰ ਤਾਂ ਕੱਖ ਵੀ ਨਹੀਂ ਆਉਂਦਾ, ਪਤਾ ਹੀ ਕੱਖ ਨਹੀਂ। ਫਿਰ ਧਿਆਨ ਜੋੜਨਾ ਕਿਤੇ ਛੋਟੀ ਜਿਹੀ ਗੱਲ ਹੈ। ਜਿਹੜਾ ਧਿਆਨ ਹੈ ਇਹਦੀ ਪਕੜ ਕਰਨੀ ਬੜੀ ਔਖੀ ਖੇਡ ਹੈ। ਮੇਰੇ ਕੋਲ ਤਾਂ ਧਿਆਨ ਵੀ ਨਹੀਂ ਲੱਗਦਾ ਜੀ। ਮਨ ਦੀਆਂ ਖਿੰਡੀਆਂ ਹੋਈਆਂ ਮੱਤਾਂ ਨੂੰ ਜਦੋਂ ਇਕੱਠਾ ਕਰੇਗਾ ਫੇਰ ਧਿਆਨ ਲੱਗਦਾ। ਜਦੋਂ ਮਨ ਤੇ ਚਿੱਤ ਇਕੱਠੇ ਹੁੰਦੇ ਨੇ ਫੇਰ ਧਿਆਨ ਲੱਗਦਾ। ਉਂਝ ਤਾਂ ਕੋਸ਼ਿਸ਼ਾਂ ਆ, ਧਿਆਨ ਲੱਗਿਆ ਨਹੀਂ ਹੈ। ਮਨ ਨੂੰ ਇਕੱਠਾ ਕਰਨਾ, ਫਿਰ ਚਿੱਤ ਨਾਲ ਜੋੜਨਾ, ਫਿਰ ਚਿੱਤ ਨਾਲ ਜੋੜਨਾ, ਫਿਰ ਕਿਤੇ ਜਾ ਕੇ ਇੱਕ ਹੋਣਾ। ਫਿਰ ਜੇ ਇੱਕ ਹੋਏ ਤਾਂ ਉੱਗ। ਜਦੋਂ ਧਿਆਨ ਲੱਗ ਗਿਆ ਫਿਰ ਤਾਂ ਉੱਗ ਗਿਆ, ਫਿਰ ਤਾਂ ਬੰਦਗੀ ਦਾ ਬੂਟਾ ਪੈਦਾ ਹੋ ਗਿਆ। ਸਮਝ ਲਓ ਹੁਣ ਆਸ ਕਰ, ਇਹਨੂੰ ਪਾਲੀ ਜਾ ਪਾਲੀ ਜਾ, ਹੌਲੀ 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 ਵੇਖੇਗਾ ਬਸ ਇਹ ਦਰਖਤ ਬਣੇਗਾ, ਇਹਨੂੰ ਫਲ ਲੱਗੇਗਾ ਬ੍ਰਹਮ ਦਾ, ਬ੍ਰਹਮ ਦਾ ਫਲ ਲੱਗਾ। ਉਸ ਫਲ ਦੇ ਨਾਲ ਤੇਰੀ ਤ੍ਰਿਪਤੀ ਹੋਣੀ ਹੈ। ਉਹ ਫਲ ਦੇ ਨਾਲ ਤ੍ਰਿਪਤੀ ਹੋਣੀ, ਉਂਝ ਤ੍ਰਿਪਤੀ ਨਹੀਂ ਹੋ ਸਕਦੀ। ਉਹ ਭਟਕਣਾ ਹੀ ਭਟਕਣਾ ਸਾਰੇ ਪਾਸੇ। ਦੁਨੀਆ ਦੇ ਵਿੱਚ ਤ੍ਰਿਪਤੀ ਨਹੀਂ, ਤ੍ਰਿਪਤੀ ਤੈਨੂੰ ਤੇਰੇ ਅੰਦਰੋਂ ਹੋਣੀ ਆ। ਉਹ ਅੰਦਰੋਂ ਕਿੱਦਾਂ ਤ੍ਰਿਪਤੀ ਹੋਣੀ ਹੈ, ਇਹ ਗੁਰੂ ਨੇ ਕਰਾਉਣੀ। ਗੁਰੂ ਨੂੰ ਕਹਿਣਾ ਪੈਣਾ। ਇਹ ਨਹੀਂ ਵੀ ਬਾਣੀ ਦੇ 4 ਅੱਖਰ ਮੈਨੂੰ ਸਮਝ ਵਿੱਚ ਆ ਗਏ। ਇਹ 4 ਅੱਖਰ ਕੀ, ਇੱਥੇ ਤਾਂ ਇੱਕ ਅੱਖਰ ਨਹੀਂ ਸਮਝ ਵਿੱਚ ਆਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕਿ ਕਿਣਕਾ ਮਾਤਰ ਵੀ ਗੁਰਬਾਣੀ ਦਾ ਤੇਰੇ ਜੀਅ ਵਿੱਚ ਵਸ ਜਾਵੇ ਹਨ, ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਣਕਾ ਮਾਤਰ, ਇੱਥੇ ਸ਼ਬਦ ਦੀ ਤਾਂ ਬੜੀ ਦੂਰ ਦੀ ਗੱਲ ਹੈ, 4 ਅੱਖਰਾਂ ਦੀ ਤਾਂ ਬੜੀ ਦੂਰ ਦੀ ਗੱਲ ਹੈ। ਸੋ ਇਸ ਕਰਕੇ ਕਹਿਣਾ ਪੈਣਾ, ਇਹ ਗੱਲ ਮੰਨਣੀ ਪਵੇਗੀ ਕਿ ਸੱਚੇ ਪਾਤਸ਼ਾਹ ਵੀ ਹੈ ਨਹੀਂ ਸਮਝ, ਮੈਨੂੰ ਸਮਝ ਨਹੀਂ ਹੈ। ਕਿਰਪਾ ਕਰਕੇ ਐਸੀ ਮਤ ਦੀਜੈ ਮੇਰੇ ਠਾਕੁਰ ਵੀ ਮੈਂ ਤੈਨੂੰ ਧਿਆਵਾਂ, ਸਦਾ ਸਦਾ ਤੁਧ ਧਿਆਈ। ਤੇਰੀ ਦਿੱਤੀ ਹੋਈ ਮੱਤ ਦੇ ਨਾਲ ਤੈਨੂੰ ਧਿਆਵਾਂ, ਆਪਣੇ ਮਨ ਦੀ ਮੱਤ ਦੇ ਨਾਲ ਨਾ ਧਿਆਵਾਂ। ਧਿਆਉਂਦੇ ਤਾਂ ਸਾਰੇ ਹੀ ਹੈ, ਪਰ ਫਰਕ ਇਹ ਹੈ ਭਾਈ ਸਾਹਿਬ, ਮਨ ਦੀ ਮੱਤ ਦੇ ਨਾਲ ਸਾਰੇ ਧਿਆਉਂਦੇ ਨੇ ਅਤੇ ਗੁਰੂ ਦੀ ਮੱਤ ਦੇ ਨਾਲ ਧਿਆਉਣੇ ਵਾਲੇ ਬਹੁਤ ਘੱਟ ਨੇ, ਬਹੁਤ ਵਿਰਲੇ ਨੇ। ਮੇਰੇ 'ਤੇ ਕਿਰਪਾ ਕਰ ਸੱਚੇ ਪਾਤਸ਼ਾਹ। ਮੈਨੂੰ ਗਿਆਨ ਨਹੀਂ ਹੈ, ਮੈਨੂੰ ਬਾਣੀ ਦਾ ਗਿਆਨ ਨਹੀਂ ਹੈ, ਮੈਨੂੰ ਤੇਰੇ ਹੁਕਮ ਦਾ ਗਿਆਨ ਨਹੀਂ ਹੈ, ਮੈਨੂੰ ਮੇਰੇ ਆਪਣੇ ਆਪ ਦਾ ਗਿਆਨ ਨਹੀਂ ਪਤਾ ਕਿਸੇ ਨੂੰ ਆਪਣੇ ਆਪ ਦਾ। ਜੇ ਮੈਨੂੰ ਆਪਣੇ ਆਪ ਦਾ ਗਿਆਨ ਕਿਉਂ ਨਹੀਂ ਬਈ, ਚੱਲ ਦੱਸ ਤਾਂ ਕਿੱਥੋਂ ਆਇਆ, ਕਿੰਨੇ ਸਰੀਰ ਧਾਰਨ ਕਰਕੇ ਆਇਆ, ਕਿੰਨੇ ਯੁੱਗ ਹੋ ਚੁੱਕੇ ਨੇ, ਪਤਾ ਕੁਝ ਨਹੀਂ ਪਤਾ। ਉੱਥੇ ਵੀ ਕਹਿਣਾ ਪੈਣਾ ਮੋਹੇ ਪਰਦੇਸਨ ਦੂਰ ਤੇ ਆਈ। ਪਰਦੇਸੀ ਹੈ, ਬੜਾ ਦੂਰ ਦਾ ਪੈਂਡਾ ਕਰਕੇ। ਕਿੰਨਾ ਕੁ ਦੂਰ, ਉੱਥੇ ਮਹਾਰਾਜ ਕਹਿੰਦੇ ਬਹੁਤੇ ਫੇਰ ਪਏ ਕਿਰਪਨ ਕੋ। ਕੁਝ ਪਤਾ ਹੈ ਕਿੰਨੀ ਵਾਰੀ ਇੱਥੇ ਫੇਰਾ ਲੱਗ ਚੁੱਕਾ, ਕੋਈ ਅੰਦਾਜ਼ਾ ਹੈ? ਹਾਂਜੀ, ਪਤਾ ਨਹੀਂ ਕਿੰਨੇ ਕੁ ਯੁੱਗ ਭ੍ਰਮਣ ਕੀਤਾ। ਕੋਈ ਹੈ ਗਿਆਨ? ਕੋਈ ਗਿਆਨ ਨਹੀਂ ਹੈ। ਫਿਰ ਨਾ ਤਾਂ ਤੈਨੂੰ ਆਪਣੇ ਆਪ ਦਾ ਗਿਆਨ ਹੈ, ਨਾ ਤੈਨੂੰ ਗੁਰਬਾਣੀ ਦਾ ਗਿਆਨ। ਜੇ ਤੈਨੂੰ ਅੱਖਰਾਂ ਦਾ ਗਿਆਨ ਆ ਗਿਆ ਕਿ ਤੈਨੂੰ ਗੁਰਬਾਣੀ ਦੀ ਸੋਝੀ ਆ ਗਈ? ਨਹੀਂ ਆਉਂਦੀ। ਹੁਕਮ ਦੀ ਸੋਝੀ ਨਹੀਂ ਆਉਣੀ, ਰੱਬੀ ਹੁਕਮ ਕੀ ਹੈ। ਇਸ ਕਰਕੇ ਗੱਲ ਬਿਲਕੁਲ ਸਹੀ ਆ, ਮੈਨੂੰ ਪਤਾ ਨਹੀਂ ਗਿਆਨ ਕੀ। ਫਿਰ ਧਿਆਨ ਲਾਉਣਾ ਨਹੀਂ ਆਉਂਦਾ। ਨਾ ਗਿਆਨ ਦੀ ਸੋਝੀ ਹੈ, ਨਾ ਧਿਆਨ ਦੀ ਸੋਝੀ ਹੈ। ਕਿਛ ਕਰਮ ਨਾ ਜਾਣਨਾ, ਕਿਹੜੇ ਕਰਮ ਕਰਨੇ ਨੇ ਮੈਨੂੰ ਇਹ ਵੀ ਨਹੀਂ ਪਤਾ, ਕਿਹੜੇ ਨਹੀਂ ਕਰਨੇ ਮੈਨੂੰ ਇਹ ਵੀ ਨਹੀਂ ਪਤਾ। ਜੇ ਪਤਾ ਹੁੰਦਾ ਤੇ ਬਾਬੇ ਨਾਨਕ ਨੇ ਗੱਲ ਲਿਖਣੀ ਨਹੀਂ ਸੀ ਵੀ ਮੂੰਹੋਂ ਕੇ ਬੋਲਣ ਬੋਲੀਆਂ। ਬੋਲਣਾ ਇੱਕ ਕਰਮ ਹੈ, ਸੋਚਣਾ ਕਰਮ ਹੈ, ਦੇਖਣਾ ਕਰਮ ਹੈ, ਸੁਣਨਾ ਕਰਮ ਹੈ। ਉਹ ਭਾਈ ਸ਼ੁਭ ਬੋਲ ਬੋਲ। ਮਹਾਰਾਜ ਨੇ ਸਿੱਧਾ ਕਹਿੰਦੇ ਨੇ ਸ਼ੁਭ ਕਰਮਨ ਤੇ ਕਬਹੂ ਨਾ ਟਰੋ। 10ਵੇਂ ਪਾਤਸ਼ਾਹ ਜੀ ਕਹਿੰਦੇ ਨਾ ਜੀ
ਵੀ ਮੈਨੂੰ ਐਸੀ ਮੇਰੇ 'ਤੇ ਕਿਰਪਾ ਕਰ ਦਿਓ, ਮੈਂ ਚੰਗਾ ਵੇਖਾਂ, ਚੰਗਾ ਬੋਲਾਂ, ਚੰਗਾ ਸੁਣਾ। ਮੇਰੇ ਜਿਹੜੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਸੋ ਇਹ ਸ਼ੁਭ ਕਰਮ ਤੋਂ ਪਿੱਛੇ ਨਾ ਹਟਣ। ਕਰਮ ਨਾ ਜਾਣਾ, ਮੈਨੂੰ ਪਤਾ ਹੀ ਨਹੀਂ ਵੀ ਸ਼ੁਭ ਕਰਮ ਹੈ ਕੀ ਹੈ। ਨਾਹਨ ਨਿਰਮਲ ਕਰਨੀ, ਔਰ ਮੇਰੇ ਜਿਹੜੇ ਕੰਮ ਨੇ ਹਨ, ਮੇਰੇ ਕੰਮ ਨੇ ਉਹ ਨਿਰਮਲ ਨਹੀਂ ਹਨ। ਕਾਰਨ ਕੀ? ਮੇਰੀ ਬੁੱਧੀ ਨਿਰਮਲ ਨਹੀਂ ਹੈ। ਮੇਰੀ ਬੁੱਧੀ ਜਿਹੜੀ ਆ ਉਹ ਮਲੀਨ ਹੈ। ਜਿਨ੍ਹਾਂ ਦੀ ਬੁੱਧ ਪਵਿੱਤਰ ਹੋ ਜਾਂਦੀ ਉਹਨਾਂ ਦੇ ਕਰਮ ਨਿਰਮਲ ਹੋ ਜਾਂਦੇ ਨੇ। ਸੋ ਜਦੋਂ ਉਹ ਬੁੱਧ ਪਵਿੱਤਰ ਕਰਦਾ, ਬੁੱਧ ਉਦੋਂ ਪਵਿੱਤਰ ਹੁੰਦੀ, ਉਹ 'ਚ ਬੁੱਧ ਨਹੀਂ ਪਵਿੱਤਰ ਹੁੰਦੀ ਹੈ। ਸੋ ਮੇਰੇ 'ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ। ਅਤੇ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈਗਾ ਜੀ। ਸਾਧ ਸੰਗਤ ਕੈ ਅੰਚਲ ਲਾਭ, ਬਿਖਮ ਨਦੀ ਜਾਏ ਤਰਣੀ। ਬਿਖਮ ਹੁੰਦਾ ਕਠਨ, ਬਹੁਤ ਔਖਾ। ਸੋ ਜਿਹਨੂੰ ਗ੍ਰੰਥਾਂ ਦੇ ਵਿੱਚ ਲਿਖਿਆ ਨਾ, ਜਿਹੜੇ ਗਰੁੜ ਪੁਰਾਣ, ਉਹਦੇ ਵਿੱਚ ਲਿਖਿਆ ਕਿ ਬੈਤਰਣੀ ਨਦੀ ਹੈ। ਬੈਤਰਣੀ ਨਦੀ ਮਨੁੱਖ ਦੀ ਆਪਣੀ ਸੋਚ ਹੀ ਹੁੰਦੀ ਹੈ। ਜਦੋਂ ਸੰਸਾਰ ਦੇ ਵਿੱਚ ਵਿਚਰਨਾ ਹੈ ਨਾ, ਮਨੁੱਖ ਨੇ ਆਪਣੀ ਸੋਚ ਨੂੰ ਪਾਰ ਕਰਨਾ। ਜੇ ਆਪਣੀ ਸੋਚ ਨੂੰ ਪਾਰ ਕਰ ਗਿਆ ਨਾ, ਅੱਗੇ ਗੁਰੂ ਦੀ ਸੋਚ ਹੈ। ਮਨ ਦੀ ਸੋਚ ਨੂੰ ਲੰਘਣਾ, ਇਹ ਬਿਖਮ ਨਦੀ ਹੈ। ਇਹਦੇ ਵਿੱਚ ਸਾਰੇ ਉਲਝੇ ਪਏ ਨੇ, ਡੁੱਬਦੇ ਜਾ ਰਹੇ ਨੇ। ਮਨ ਦੀ ਸੋਚ ਇਹ ਬਿਖਮ ਨਦੀ ਹੈ, ਇਹਦੇ ਵਿੱਚ ਉਲਝਦੇ ਪਏ ਨੇ ਸਾਰੇ, ਡੁਬਕੀਆਂ ਮਾਰਦੇ ਪਏ ਨੇ। ਜਿਹੜਾ ਮਨ ਦੀ ਸੋਚ ਵਿੱਚੋਂ ਨਿਕਲ ਗਿਆ, ਉਹ ਇਹ ਬਿਖਮ ਨਦੀ ਨੂੰ ਪਾਰ ਕਰ ਗਿਆ। ਅੱਗੇ ਗੁਰੂ ਖੜਾ ਉਡੀਕ ਰਿਹਾ, ਕੰਢੇ 'ਤੇ ਖੜਾ ਹੈ ਗੁਰੂ, ਭਾਈ ਆਪਣੇ ਮਨ ਦੀ ਸੋਚ 'ਚੋਂ ਨਿਕਲ। ਜੇ ਮੇਰੇ ਕੋਲ ਨਹੀਂ ਨਿਕਲ ਹੁੰਦਾ ਤੇ ਗੁਰੂ ਤਾਂ ਬੜੇ ਢੰਗ ਤਰੀਕੇ ਦੱਸਦਾ ਮਨ ਦੀ ਸੋਚ ਤੋਂ ਸੋਚ ਨੂੰ ਕਿਵੇਂ ਪਾਰ ਕਰਨਾ। ਹਰ ਇੱਕ ਤਰ੍ਹਾਂ ਦਾ ਢੰਗ ਤਰੀਕਾ, ਮੈਂ ਕਿਹੋ ਜਿਹਾ, ਮੇਰੀ ਕਿਹੋ ਜਿਹੀ ਵੈਰਾਇਟੀ ਹੈ, ਮੇਰਾ ਕਿਹੋ ਜਿਹਾ ਕਰੈਕਟਰ ਹੈ, ਮੇਰੇ ਕਰੈਕਟਰ ਦੇ ਮੁਤਾਬਕ ਗੁਰੂ ਸਾਹਿਬ ਜੀ ਮੈਨੂੰ ਮਨ ਦੀ ਸੋਚ ਤੋਂ ਪਾਰ ਕਰ ਦਿੰਦੇ ਨੇ। ਪਰ ਤਦੇ ਹੋਊਗਾ ਜੇ ਮਨ ਦੀ ਲਗਾਮ ਗੁਰੂ ਨੂੰ ਫੜਾਵਾਂਗਾ। ਜੇ ਮਨ ਦੀ ਲਗਾਮ ਹੀ ਨਹੀਂ ਗੁਰੂ ਨੂੰ ਫੜਾਉਂਦਾ, ਕਿੱਦਾਂ ਮੈਨੂੰ ਪਾਰ ਕਰੂਗਾ। ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇ, 1 ਸੈਕਿੰਡ ਦੇ ਵਿੱਚ ਇਹ ਬਿਖਮ ਨਦੀ ਤੋਂ ਤੂੰ ਪਾਰ ਹੋ ਜਾਵੇਂਗਾ। ਜੇ ਤੂੰ ਕਹੇ ਵੀ ਮਨ ਨੂੰ ਮੈਂ ਰੱਖਾਂ ਵੀ ਆਪਣੇ ਕੰਟਰੋਲ ਦੇ ਵਿੱਚ, ਅਤੇ ਮੈਂ ਇਸ ਬਿਖਮ ਨਦੀ ਨੂੰ ਪਾਰ ਕਰ ਜਾਵਾਂ, ਉਹਦੇ ਨਾਲ ਕੀ ਹੋਵੇਗਾ? 1 ਮਸਲੇ ਦਾ ਤੂੰ ਹੱਲ ਕਰੇਂਗਾ, 10 ਮਸਲੇ ਹੋਰ ਉੱਥੇ ਹੋਣਗੇ। ਤੂੰ ਕਦੀ ਵੀ ਸਾਰੀ ਜ਼ਿੰਦਗੀ ਤੂੰ ਆਪਣੇ ਮਸਲੇ ਨਹੀਂ ਹੱਲ ਕਰ ਸਕਦਾ। ਬਿਖਮ ਨਦੀ ਆ, ਹੋਰ ਕੀ ਹੈ। ਸਾਰੀ ਜ਼ਿੰਦਗੀ ਨਿਕਲ ਜਾਂਦੀ ਮਨੁੱਖ ਦੀ। ਸੋ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਇਹ ਕਰ ਸਕਦਾ। ਜੇ ਮਨ ਗੁਰੂ ਨੂੰ ਫੜਾ ਦੇਵੇ, ਗੁਰੂ 1 ਸੈਕਿੰਡ ਦੇ ਵਿੱਚ ਇਸ ਬਿਖਮ ਨਦੀ, ਮਨ ਦਾ ਜੋ ਭਵਰ ਹੈ, ਸੋ ਮਨ ਦੀ ਜੋ ਸੋਚ ਹੈ, ਇਹਦੇ ਵਿੱਚ ਉਸਨੂੰ ਬਾਹਰ ਕੱਢ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਰਪਾ ਕਰ ਰਹੇ ਨੇ, ਕਹਿੰਦੇ ਇਹ ਤਦੇ ਖੇਡ ਵਰਤਣੀ ਜਦੋਂ ਸਾਧ ਸੰਗਤ ਕੈ ਅੰਚਲ ਲਾਭ। ਅੰਚਲ ਹੁੰਦਾ ਪੱਲਾ। ਇਹ ਵੀ ਨਹੀਂ ਮੈਂ ਲੱਗ ਸਕਦਾ, ਇਹ ਵੀ ਲਾਵੋ ਜੀ, ਕਹਿਣਾ ਪੈਣਾ। ਸੰਗਤ ਵਿੱਚ ਆ ਗਿਆ, ਪਹਿਲੀ ਗੱਲ ਤਾਂ ਸੰਗਤ ਵਿੱਚ ਆਇਆ ਹੀ ਨਹੀਂ ਜਾਂਦਾ, ਬੜਾ ਔਖਾ, ਬੜਾ ਕਠਿਨ ਹੈ। ਉੱਥੇ ਵੀ ਬੇਨਤੀ ਕਰਨੀ ਪੈਂਦੀ ਵੀ ਸੰਗਤ ਬਖਸ਼ੋ ਆਪਣੇ ਪਿਆਰਿਆਂ ਦੀ। ਜਦੋਂ ਸੰਗਤ ਵਿੱਚ ਸਾਨੂੰ ਭੇਜ ਦਿੰਦਾ, ਉਸ ਵਕਤ ਸਾਨੂੰ ਕਹਿਣਾ ਪੈਣਾ ਵੀ ਸੰਗਤ ਦੇ ਨਾਲ ਜੋੜ ਦਿਓ। ਸੰਗਤ ਵਿੱਚ ਆ ਕੇ ਵੀ ਵੱਖਰਾਪਨ ਰਿਹਾ, ਫਾਇਦਾ ਕੀ ਹੋਇਆ? ਫੇਰ ਵੀ ਬਿਖਮ ਨਦੀ ਨਹੀਂ ਤਰੀ ਜਾਣੀ। ਸੰਗਤ ਵਿੱਚ ਆ ਕੇ ਸੰਗਤ ਦੇ ਵਿੱਚ ਲੱਗ ਜਾਣਾ, ਸੰਗਤ ਦੇ ਨਾਲ ਜੁੜ ਜਾਣਾ। ਮੈਂ ਨਹੀਂ ਜੁੜ ਸਕਦਾ। ਅਤੇ ਮੈਂ ਫਿਰ ਗੁਰੂ ਨੂੰ ਬੇਨਤੀ ਕਰਾਂ, ਸੱਚੇ ਪਾਤਸ਼ਾਹ ਹੁਣ ਤੂੰ ਇੱਥੇ ਤਾਂ ਲੈ ਹੀ ਆਂਦਾ, ਅਤੇ ਕਿਰਪਾ ਕਰਕੇ ਜਿਹੜੇ ਤੇਰੇ ਪਿਆਰੇ ਨੇ ਇਹਨਾਂ ਦੇ ਨਾਲ ਹੁਣ ਤੂੰ ਜੋੜ ਵੀ ਲੈ। ਜੋੜ ਦਾ ਬਾਣੀ ਦੇ ਨਾਲ, ਬਾਣੀ ਦੁਆਰਾ। ਹੁਣ ਗੁਰੂ ਸਿੱਖਾਂ ਦੇ ਨਾਲ ਸਾਂਝ ਕਾਹਦੀ ਸਾਡੀ ਵੀ? ਕੋਈ ਰਿਸ਼ਤੇਦਾਰੀ ਹੈ? ਕੋਈ ਰਿਸ਼ਤੇਦਾਰੀ ਥੋੜ੍ਹੀ ਹੈ, ਇਹ ਤਾਂ ਗੁਰਬਾਣੀ ਦੀ ਸਾਂਝ ਹੈ। ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਬਸ ਗੁਣ ਜਿਹੜੇ ਨੇ ਬਾਣੀ ਵਾਲੇ ਲਈ ਜਾਣੇ ਹੈ, ਅਵਗੁਣਾਂ ਨੂੰ ਛੱਡੀ ਜਾਣਾ, ਬਸ ਗੁਰਸਿੱਖਾਂ ਦੇ ਨੇੜੇ ਹੋਈ ਜਾਣਾ। ਸੋ ਇਸ ਤਰੀਕੇ ਦੇ ਨਾਲ ਇਹ ਸਾਂਝ ਬਣੀ ਜਾਣੀ ਹੈ। ਸੋ ਇੱਕ ਦਿਨ ਐਸਾ ਆਉਣਾ ਜਦੋਂ ਅਵਗੁਣ ਸਾਰੇ ਹੀ ਖਤਮ, ਅਤੇ ਸਮਝ ਲਓ ਫਿਰ ਗੁਰੂ ਅਤੇ ਸਿੱਖ ਦੀ ਅਭੇਦਤਾ ਹੋ ਜਾਂਦੀ ਹੈ। ਉਦੋਂ ਫਿਰ ਅਵਸਥਾ ਬਣ ਜਾਣੀ, ਸਭ ਮੈਂ ਜੋਤ ਜੋਤ ਹੈ ਸੋਏ। ਫਿਰ
ਇਸ ਨੂੰ ਅੰਦਰਲੀ ਸੂਖਸ਼ਮ ਜੋਤ ਹੀ ਦਿਸਣੀ ਹੈ, ਆਹ ਕਾਲ ਦਾ ਸਰੀਰ ਨਹੀਂ ਦਿਸਣਾ। ਆ ਜਿਹੜਾ ਬਾਹਰਲਾ ਕਾਲ ਦਾ ਸਰੀਰ ਹੈ ਨਾ, ਇਹ ਨਹੀਂ ਦਿਸਣਾ। ਅੰਦਰਲੀ ਜਿਹੜੀ ਜੋਤ ਹੈ ਉਹਦੇ ਦਰਸ਼ਨ ਹੋਣੇ ਨੇ। ਇੱਦਾਂ ਦਾ ਸਿਸਟਮ ਬਣਦਾ। ਇਹ ਕਿਰਪਾ ਕਰੋ ਸਾਧ ਸੰਗਤ ਦੇ ਅੰਚਲ ਲਾ ਲਓ ਅਤੇ ਮੈਂ ਇਸ ਬਿਖਮ ਨਦੀ ਨੂੰ ਆਪਣੇ ਮਨ ਦੀ ਸੋਚ ਤੋਂ ਪਾਰ ਹੋ ਸਕਾਂ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਧਰਣੀ। ਧਰਣੀ ਕੀ ਹੁੰਦਾ ਹੈ? ਧਰਣੀ ਧਰ ਟਿਕਾਉਣਾ, ਧਰਣੀ ਸੋ ਆਸਰਾ ਬਣਾ ਲੈਣਾ। ਸੋ ਮਨ ਵਿੱਚ ਕੋਈ ਚੀਜ਼ ਧਰ ਦੇਣੀ ਕਿ ਇੱਥੇ ਧਰ ਦੇ, ਕਹਿੰਦੇ ਨਾ ਇੱਥੇ ਧਰ ਦੇ, ਇੱਥੇ ਰੱਖ ਦੇ। ਮਹਾਰਾਜ ਕਹਿੰਦੇ ਇਹ ਨਹੀਂ ਮਨ ਮੈਂ ਧਰਣੀ। ਆਹ ਗੱਲ ਜਿਹੜੀ ਆ ਇਹ ਮਨ ਵਿੱਚ ਨਾ ਟਿਕਾਵੀਂ। ਔਰ ਜਿਹੜੀ ਗੱਲ ਗੁਰੂ ਕਹਿੰਦਾ ਨਾ ਮਨ ਵਿੱਚ ਨਾ ਟਿਕਾਵੀਂ, ਉਹ ਅਸੀਂ ਟਿਕਾ ਕੇ ਰੱਖਦੇ ਹਾਂ। ਜਿਹੜੀ ਗੱਲ ਜੋ ਬਚਨ ਮਨ ਵਿੱਚ ਟਿਕਾਉਣ ਲਈ ਸਤਿਗੁਰੂ ਜੀ ਕਹਿੰਦੇ ਨੇ ਉਹ ਮੈਂ ਟਿਕਾਉਂਦਾ ਨਹੀਂ। ਜਿਹੜੀ ਗੱਲ ਤੂੰ ਮਨਾ ਕਰਦੇ ਵੀ ਆਹ ਮਨ ਵਿੱਚ ਟਿਕਾਵੀਂ ਨਾ, ਚੱਲ ਤੂੰ ਵੇਖ ਲਿਆ ਮਾੜਾ ਪਰ ਮਨ ਵਿੱਚ ਨਾ ਟਿਕਾਵੀਂ। ਤੂੰ ਸੁਣ ਲਿਆ ਮਾੜਾ, ਇਹ ਮਨ ਵਿੱਚ ਨਾ ਟਿਕਾਵੀਂ ਪਰ ਮੈਂ ਮਨ ਵਿੱਚ ਟਿਕਾਉਣਾ। ਮਹਾਰਾਜ ਨੇ ਕਿਹੜੀ ਗੱਲ ਦੱਸਦੇ ਨੇ? ਕਹਿੰਦੇ ਨੇ ਸੁੱਖ, ਜਿਹੜਾ ਸੁੱਖ ਹੈ ਮਨ ਵਿੱਚ ਟਿਕਾ ਨਾ। ਇਹ ਸੁੱਖ ਜੇ ਤੂੰ ਭੋਗਦਾ ਕਦੀ ਵੀ ਇਹ ਸੁੱਖ ਜਿਹੜਾ ਦੁੱਖ ਵਿੱਚ ਬਦਲ ਸਕਦਾ। ਸੰਪਤੀ ਜਿਹੜੀ ਤੇਰੀ ਹੈ ਨਾ, ਸੰਪਤੀ ਹੈ ਜੋ ਤੇਰੀ ਜਾਇਦਾਦ ਹੈ, ਇਹਨੂੰ ਆਪਣਾ ਨਾ ਸਮਝ, ਮਨ ਵਿੱਚ ਨਾ ਟਿਕਾ ਕੇ ਬੈਠ ਮੇਰਾ ਸੁੱਖ, ਮੇਰਾ ਸੰਪਤੀ ਮੇਰੀ। ਅਗਰ ਜੇ ਤੂੰ ਇਹ ਕੁਛ ਟਿਕਾ ਲਿਆ ਫਿਰ ਕੀ ਹੋਵੇਗਾ? ਕਿਉਂਕਿ ਇਹ ਮਾਇਆ ਦੇ ਸੁੱਖ ਜਿਹੜੇ ਹੁੰਦੇ ਨੇ ਸੋ ਇਹ ਬਦਲਦੇ ਹੈ। ਮਾਇਆ ਦੇ ਸੁੱਖ ਦੁੱਖ ਵਿੱਚ ਬਦਲ ਜਾਂਦੇ, ਕਿਉਂਕਿ ਅਕਾਲ ਪੁਰਖ ਨੇ ਮਾਇਆ ਨੂੰ ਸੋ ਸਾਡੇ ਪਰਖਣ ਵਾਸਤੇ ਤਾਂ ਲਾਇਆ ਹੋਇਆ। ਮਾਇਆ ਨੇ ਕਦੀ ਸੁੱਖ ਦੇਣਾ ਕਦੀ ਦੁੱਖ ਦੇਣਾ। ਇੱਦਾਂ ਮਾਇਆ ਕਿਉਂ ਕਰਦੀ ਹੈ? ਕਿਉਂਕਿ ਅਕਾਲ ਪੁਰਖ ਸਾਡੀ ਪਰਖ ਕਰਦਾ ਪਿਆ, ਉਹਨੇ ਸਾਨੂੰ ਪਰਖਣਾ ਹੀ ਹੈ। ਇਸ ਕਰਕੇ ਮਾਇਆ ਦੀ ਡਿਊਟੀ ਲੱਗੀ ਹੋਈ ਹੈ। ਜੇ ਤਾਂ ਮੈਂ ਮਾਇਆ ਦੇ ਦੁੱਖ ਸੁੱਖ ਨੂੰ ਮਨ ਵਿੱਚ ਧਰਦਾ ਤਾਂ ਮੈਂ ਡੋਲ ਜਾਊਂਗਾ। ਮਹਾਰਾਜ ਕਹਿੰਦੇ ਮਨ ਵਿੱਚ ਨਹੀਂ ਧਰਨਾ। ਨਾ ਸੁੱਖ ਮਾਇਆ ਦੇ ਜਿਹੜੇ ਸੰਪਤੀ ਸੁੱਖ ਜਿਹੜੇ ਇਹਨਾਂ ਨੂੰ ਮਨ ਵਿੱਚ ਧਰਨਾ ਨਹੀਂ ਹੈ। ਰਸ ਮੀਠੇ, ਇਹਨਾਂ ਦਾ ਰਸ ਹੈ ਬੜਾ ਮਿੱਠਾ। ਜਿਹੜੇ ਮਾਇਆ ਦੇ ਸੁੱਖ ਨੇ, ਆ ਜਿਹੜੀ ਸੰਪਤੀ ਹੈ, ਜੋ ਵੀ ਧਨ ਦੌਲਤ ਗਹਿਣਾ ਗੱਟਾ ਜ਼ਮੀਨ ਜਾਇਦਾਦ, ਸੋ ਇਹ ਬੜੇ ਮਿੱਠੇ ਰਸ ਨੇ। ਇਹਨਾਂ ਨੂੰ ਕੋਈ ਛੱਡਦਾ ਨਹੀਂ ਸਹਿਜੇ ਕਿਤੇ, ਹੈ ਨਾ। ਜੇ ਕਿਤੇ ਛੁੱਟ ਜਾਣ ਅਚਾਨਕ ਬੜਾ ਦੁਖੀ ਹੁੰਦਾ ਹੈ। ਦੁਖੀ ਕਦੋਂ ਹੁੰਦਾ? ਜਦੋਂ ਮਨ ਵਿੱਚ ਪਕੜ ਕਰਕੇ ਰੱਖਦਾ। ਜਿਨ੍ਹਾਂ ਨੇ ਮਨ ਵਿੱਚ ਪਕੜ ਕਰਕੇ ਨਹੀਂ ਰੱਖੀ, ਗੁਰੂ ਨੇ ਮੇਰੇ ਨੇ ਕਿਹਾ ਵੀ ਇਹ ਸੁੱਖ ਹਨ, ਇਹਨਾਂ ਨੂੰ ਵਰਤੋ ਪਰ ਮਨ ਵਿੱਚ ਟਿਕਾਓ ਨਾ, ਮਨ ਵਿੱਚ ਨਾ ਟਿਕਾਓ। ਮੌਸਮ ਆਉਂਦਾ, ਕਿੰਨਾ ਮੌਸਮ ਵਧੀਆ, ਆਪਾਂ ਕਹਿੰਦੇ ਵੀ ਮੌਸਮ ਅੱਜ ਬਹੁਤ ਵਧੀਆ ਹੈ, ਪਰ ਅਸੀਂ ਕਦੀ ਮਨ ਵਿੱਚ ਟਿਕਾ ਸਕਦੇ ਨਹੀਂ, ਟਿਕਾ ਸਕਦੇ ਕੋਈ ਸਾਡੀ ਪਕੜ ਤੋਂ ਬਾਹਰ ਹੈ। ਬਸ ਉਸ ਵੇਲੇ ਥੋੜ੍ਹਾ ਜਿਹਾ ਆਨੰਦ ਲੈ ਲਈਦਾ। ਇੱਦਾਂ ਹੀ ਹੈ ਸਾਰੇ ਮਾਇਆ ਦੇ ਸੁੱਖ, ਉਹਦਾ ਆਨੰਦ ਲਵੋ ਪਰ ਉਹਦੀ ਮਨ ਵਿੱਚ ਪਕੜ ਨਾ ਕਰੋ। ਮਹਾਰਾਜ ਨੇ ਦੁੱਖ ਸੁੱਖ ਦੋਨਾਂ ਦੀ ਪਕੜ ਨਾ ਕਰੋ। ਸੋ ਇਹਦੇ ਨਾਲ ਆਨੰਦ ਬਣੂਗਾ। ਫਿਰ ਤੁਸੀਂ ਕਹਿੰਦੇ ਇਸ ਬਿਖਮ ਨਦੀ ਤੋਂ ਪਾਰ ਹੋ ਜਾਵੋਗੇ। ਕਹਿੰਦੇ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਆਭਰਣੀ ਹੁੰਦਾ ਗਹਿਣਾ। ਆਪਣੇ ਆਪ ਨੂੰ ਗਹਿਣਾ ਬਣਾਓ। ਜਿਸ ਨੇ ਆਪਣੇ ਮਨ ਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ, ਉਹਦਾ ਮਨ ਹੀ ਉਹਦੇ ਲਈ ਗਹਿਣਾ ਬਣ ਜਾਂਦਾ ਜੀ। ਉਹ ਗਹਿਣਾ ਐਸਾ ਇਹ ਕਦੀ ਲਹਿੰਦਾ ਨਹੀਂ ਹੈ, ਹਮੇਸ਼ਾ ਤੁਹਾਡੇ ਨਾਲ ਹੀ ਰਹਿੰਦਾ ਜੀ। ਇੱਥੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਨਾਨਕ ਦਾਸ, ਮਹਾਰਾਜ ਕਹਿੰਦੇ ਨੇ ਜਿਹੜੇ ਉਹਦੇ ਦਾਸ ਨੇ ਨਾ, ਉਹ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਗਹਿਣਾ ਬਣਾਉਂਦੇ ਨੇ। ਅਤੇ ਹਰ ਦਰਸ਼ਨ ਤ੍ਰਿਪਤ, ਉਹਨਾਂ ਦੀ ਤ੍ਰਿਪਤੀ ਹੀ ਹਰੀ ਦੇ ਦਰਸ਼ਨਾਂ ਨਾਲ ਹੁੰਦੀ ਹੈ। ਹਰ ਦਰਸ਼ਨ ਤੋਂ ਭਾਵ ਹੁੰਦਾ ਰੱਬ ਦੀ ਸੋਝੀ, ਗੁਰਬਾਣੀ ਦੀ ਸੋਝੀ, ਇਹਨੂੰ ਦਰਸ਼ਨ ਕਿਹਾ ਆ। ਜਦੋਂ ਗੁਰਬਾਣੀ ਦੀ ਸੋਝੀ ਮਿਲਦੀ ਹੈ ਅਤੇ ਉਹਦੇ 'ਚੋਂ ਰਸ ਆਉਂਦਾ, ਉਸ ਰਸ ਨੂੰ ਮਨ ਪੀਂਦਾ, ਉਹ ਮਨ ਗਹਿਣਾ ਬਣ ਜਾਂਦਾ ਹੈ। ਉਹ ਮਨ ਗਹਿਣਾ ਬਣਦਾ। ਇੱਦਾਂ ਮਨ ਨੂੰ ਗਹਿਣਾ ਬਣਾ ਅਤੇ ਫਿਰ ਇਹਨੂੰ ਆਪਣੇ ਗਲ ਵਿੱਚ ਪਾ ਕੇ ਰੱਖ, ਇਹਨੂੰ ਆਪਣਾ ਬਣਾ ਕੇ ਰੱਖ, ਇਹਦਾ ਸ਼ਿੰਗਾਰ ਬਣਾ
ਤੇ ਫਿਰ ਦੇਖ ਗੁਰੂ ਦੀਆਂ ਖੁਸ਼ੀਆਂ ਤੇਰੇ 'ਤੇ ਕਿੰਨੀਆਂ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਹ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਾਂ ਵਿਟੋਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾਂ ਜਿਤ ਕਰ ਧਾਰੀਆਂ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਉ ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈਸ ਕਹੂੰ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਬਿੰਦ ਸਾਖ ਤੇਰੀ। ਤੁਮਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ਤੁਮਰਾ ਅੰਤ ਚੇਤੇ ਮਗਰੀ, ਤੁਮਰੈ ਸੂਤਰ ਧਾਰੀ। ਤੁਮ ਤੇ ਹੋਇ ਸੁ ਤੁਮਰੀ ਗਤ ਮਿਤ, ਤੁਮ ਹੀ ਜਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ। ਪ੍ਰੰਗਤ ਗੁਰਦੇਵ ਦਾਸ ਰਾਮਦਾਸ ਸਾਹਿਬ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਤਿਸ ਉੱਚੇ ਸਭ ਧਿਆਨ। ਤੇਗ ਬਹਾਦਰ ਸਿਮਰਿਆ ਕਰਨੋ ਨਿਗ੍ਰਹ ਧਾਰੇ, ਸਭ ਧਨ ਹੋਏ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਤਾਂ ਚ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ, ਜਪੀਆਂ, ਤਪੀਆਂ, ਸਿੱਧਵਾਂ ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੀਪ ਚਲਾਈ, ਤੇਗ ਬਹਾਦਰ ਦੇਸ਼ ਜਨਮ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਨਾ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਝਾਕੜੀਆਂ ਤੇ ਚੜੇ ਤਾਂ ਲਾਰਿਆ ਨਾਲ ਕਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ
ਦਾਨਾ ਸੇਵਾ ਨਾਮ ਰਾਸ਼ੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗੋ ਜਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੀ ਰਾਖੀ ਹਾਲ ਹੇ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਬੜੀ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਸ਼ਬਦ ਦੀ ਉਚਾਰਨ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਤੁਲਨਾ ਚੁੱਕਾ ਦੀ ਖਿਮਾ ਬਾਣੀ ਦਾ ਮਹੱਤਵ ਪਈਆਂ ਸੰਤਾਂ ਨੂੰ ਬਖਸ਼ਣਾ ਜੀ ਤਿਲ ਫੁਲ ਹਾਜ਼ਰ ਕਰ ਪ੍ਰਵਾਨ ਕਰਨਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨਾ ਬਖਸ਼ਿਆਂ ਦਾਤਾ ਜੀ ਬੜਾ ਪ੍ਰਸ਼ਾਦ ਜੀ ਕਹਾਣੀ ਕਰੀ ਪਾਪ ਸਰਪੂਤ ਪ੍ਰਭਾਵ ਕੋ ਭਗਾਏ ਸੀਤ ਪ੍ਰਸ਼ਾਦ ਸੰਤਾਂ ਦੇ ਵਰਤੇ ਜੋ ਛਕਿਆ ਆਪਣਾ ਨਾਮ ਜਪੇ ਜੀ ਪਾਵਨ ਹੁਕਮ ਬਖਸ਼ੋ ਸੰਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਮਿਲ ਵਿਚਾਰੈ ਉਹ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਰ ਹੋਏ ਸਭ ਰੰਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜਿਸ ਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਦਾ ਜਾਕੇ ਹਾਥ ਮੈਂ ਕਲਗੀ ਸੋ ਹੈ ਸੀਸ ਸੋਈ ਅਛਿਆ ਕਰੇ ਗੁਰ ਕਲਗੀ ਧਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਹਰ ਅਹੰਗਰੋ ਏ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਹਰ ਅਹੰਗਰੋ ਏ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ ਰੂਪ ਅਨਰੂਪ ਮੁਰ ਕਛ ਨਾ ਵਿਚਾਰਿਓ ਪ੍ਰੇਮ ਕਹਿਓ ਮੋਹਿ ਹਰ ਰੰਗ ਭੀਨ ਪਿਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰ ਖੇਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਪਿਖਿਓ ਲਾਲਨ ਪਾਟ ਬੀਚ ਖੋਏ ਆਨੰਦ ਚਿਤਾ ਹਰ ਖੇਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।